ਜਾਏ ਤੇ ਸਾਨੂੰ ਕੋਈ ਲਾ ਦਿਖਾਓ ਤੇ ਫਿਰ ਅਸੀਂ ਕਰਾਵਾਂਗੇ। ਅਦਰਵਾਈਜ਼ ਇਲਾਜ ਕਿਤੇ ਨਹੀਂ ਹੈਗਾ ਵੀ ਪੋਸਟਮਾਰਟਮ ਇਹਦਾ ਦੁਬਾਰਾ ਕਰਵਾਇਆ ਜਾਏ। ਫੈਸਲਾ ਕੀ ਲਿਆ ਜੀ ਤੁਹਾਡਾ ਫੈਸਲਾ ਫਿਰ ਸਰ? ਵਕੀਲ ਸਾਹਿਬ ਆਉਂਦੇ ਆ ਤੇ ਦੇਖਦੇ ਆ ਕਾਨੂੰਨੀ ਪੱਖ। ਸਰ ਕੀ ਇਹ ਕੁੱਟਮਾਰ ਵੀ ਕੀਤੀ ਗਈ ਅੰਦਰ? ਹਾਂਜੀ, ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਫ੍ਰੈਕਚਰ ਨੇ, ਬਾਂਹ ਟੁੱਟੀ ਹੈ, ਕਈ ਥਾਵਾਂ ਤੋਂ ਹੋਰ ਵੀ ਫ੍ਰੈਕਚਰ ਨੇ ਹੱਡੀਆਂ ਦੇ। ਗੋਲੀ ਨਾਲ ਕਿ ਐਨਕਾਊਂਟਰ ਕਰਨਾ ਜਾਂ ਸਾਫ਼ ਦਿਸਦੇ ਨਜ਼ਰ ਆਉਂਦੇ ਆ ਜੀ ਕੁੱਟਮਾਰ। ਤੁਹਾਨੂੰ ਟਾਈਮ ਦੇ ਦਿੱਤਾ ਨਾਲੇ ਕੱਲ? ਹਾਂਜੀ, ਉਹਨੇ ਕਿਹਾ ਵੀ ਅਸੀਂ ਸਲਾਹ ਕਰਕੇ ਦੱਸਦੇ ਹਾਂ। ਕੀ ਦੱਸਦੇ ਆ ਉਹ ਤੋਂ ਬਾਅਦ ਜੀ। ਸਰ ਕੋਈ ਪ੍ਰਸ਼ਾਸਨ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਕੋਈ ਇਹਦੇ? ਨਹੀਂ, ਮੈਨੂੰ ਤਾਂ ਕੋਈ ਵਿਸ਼ਵਾਸ ਨਹੀਂ ਦਿੱਤਾ। ਵਕੀਲ ਸਾਹਿਬ ਨੂੰ ਪਾਇਆ ਸੀ, ਪਤਾ ਨਹੀਂ ਇਹਨਾਂ ਨੂੰ ਕੀ ਕਿਹਾ। ਤਾਂ ਰਾਜਵੀਰ ਦੇਖਦੇ ਜਿਹੜਾ ਪੋਸਟਮਾਰਟਮ ਕਰਨ ਵਾਸਤੇ ਸਰ ਕੀ ਮਾਮਲਾ ਹੈਗਾ ਵਾ ਤੇ ਕੀ ਕੀਤਾ ਜਾ ਰਿਹਾ ਹੈਗਾ? ਤੁਹਾਨੂੰ ਮਾਮਲਾ ਸਾਰਾ ਪਤਾ ਹੈ। ਸਾਨੂੰ ਐਪਲੀਕੇਸ਼ਨ ਦੇ ਕੇ ਗਏ ਨੇ, ਅਸੀਂ ਉਹਦੇ ਤੇ ਕੰਸੀਡਰ ਕਰਕੇ ਤੁਹਾਨੂੰ ਥੋੜੀ ਦੇਰ ਤੱਕ ਦੱਸ ਦਾਂਗੇ। 10-15 ਮਿੰਟ ਥੋੜੀ ਦੇਰ ਹੋਰ ਵੇਟ ਕਰ ਲਓ। ਸਰ ਕਾਨੂੰਨ 'ਚ ਪ੍ਰਾਵਧਾਨ ਹੈਗਾ ਜੀ? ਅਸੀਂ ਤੁਹਾਨੂੰ ਦੱਸਾਂਗੇ, ਸਾਰਾ ਕੁਝ ਦੱਸ ਦਾਂਗੇ ਤੁਹਾਨੂੰ, ਸਾਰਾ ਕੁਝ ਕਲੀਅਰ ਕਰਾਂਗੇ। ਕੋਈ ਐਸੀ ਗੱਲ ਨਹੀਂ, ਸਾਨੂੰ ਥੋੜੀ ਜਿਹਾ ਟਾਈਮ ਦੇ ਦਿਓ ਪਲੀਜ਼। ਸੰਸਕਾਰ ਜਾਂਚ ਕਰ ਰਹੇ ਵੀ ਕੀ ਕੀਤਾ ਜਾ ਸਕਦਾ। ਅਸੀਂ ਕਰ ਰਹੇ, ਸਾਨੂੰ ਟਾਈਮ ਦਿਓ ਥੋੜਾ। ਸਰ ਥੋੜੀ ਐਸਡੀਐਮ ਸਾਹਿਬ ਵੀ ਉੱਥੇ ਗਏ ਨੇ ਹੁਣੇ। ਐਪਲੀਕੇਸ਼ਨ ਪੋਸਟਮਾਰਟਮ ਸਰ 10 ਮਿੰਟ ਦੇ ਦਿਓ ਤੁਸੀਂ ਪਲੀਜ਼, ਥੋੜੀ ਜਿਹਾ ਵੇਟ ਕਰ ਲਓ। ਕੋਈ ਸਰ ਉਹਨੇ ਗੁਹਾਰ ਕੀ ਲਗਾਈ ਹੈ ਪ੍ਰਸ਼ਾਸਨ? ਤੁਸੀਂ ਵੇਟ ਕਰ ਲਓ, ਸਾਨੂੰ ਕੰਮ ਕਰਨ ਦਿਓ, ਤੁਹਾਨੂੰ ਸਾਰਾ ਕੁਝ ਕਲੀਅਰ ਕਰਕੇ ਦੇ ਦਾਂਗੇ। ਕੋਈ ਪ੍ਰੋਬਲਮ ਨਹੀਂ, ਤੁਹਾਡੇ ਸਾਹਮਣੇ ਸਾਰਾ ਕੁਝ। ਸਰ ਪੋਸਟਮਾਰਟਮ ਦੁਬਾਰਾ ਕਰਵਾਉਣ ਦੀ ਪਲੀਜ਼ ਗੁਹਾਰ ਹੈ? ਥੋੜਾ ਜਿਹਾ ਟਾਈਮ ਦੇ ਦਿਓ, ਥੋੜਾ ਟਾਈਮ। ਪੋਸਟਮਾਰਟਮ ਹੋਏਗਾ ਸਰ? ਸਰ ਪੋਸਟਮਾਰਟਮ ਦੀ ਹੈਗੀ ਪ੍ਰੋਵੀਜ਼ਨ ਸਰ? ਸਰ ਕਾਨੂੰਨ 'ਚ ਪ੍ਰੋਵੀਜ਼ਨ ਹੈਗੀ? ਹਾਂਜੀ ਪ੍ਰੋਵੀਜ਼ਨ ਹੈਗੀ ਹੈ ਪੋਸਟਮਾਰਟਮ ਦੁਬਾਰਾ ਅਸੀਂ ਸਾਨੂੰ ਇੱਕ ਆਈ ਹੈ ਆਪਣਾ ਦਰਖਾਸਤ, ਉਹਦੇ ਕਾਨੂੰਨ ਦੇ ਅਨੁਸਾਰ ਜੋ ਉਹਦਾ ਨਿਪਟਾਰਾ ਕੀਤਾ। ਮੈਂ ਗੁਰਚਰਨ ਸਿੰਘ ਭੁੱਲਰ ਜੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡਿਸਟ੍ਰਿਕਟ ਫਿਰੋਜ਼ਪੁਰ। ਬਿਲਕੁਲ ਜਿਹੜਾ ਸਾਡੇ ਪੰਜਾਬ ਦੀ ਇਹ ਸਥਿਤੀ ਆ, ਇਹ ਬਹੁਤ ਜਿਹੜੀ ਆ ਖਰਾਬ ਹੋ ਚੁੱਕੀ ਆ। ਜੇਕਰ ਸਾਡਾ ਨੌਜਵਾਨ ਜਿਹੜਾ ਹੈ ਉਹ ਭਟਕ ਜਾਂਦਾ ਹੈ, ਉਹਨੂੰ ਕੋਈ ਨਾ ਕੋਈ ਤਾਂ ਮੌਕਾ ਮਿਲਣਾ ਚਾਹੀਦਾ। ਜਿਸ ਤਰ੍ਹਾਂ ਦਾ ਐਨਕਾਊਂਟਰ ਹੋਇਆ ਹੈ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਵੀ ਜੇਕਰ ਉੱਥੇ ਉਹ ਇਹਨੂੰ ਫੜ ਕੇ ਲੈ ਕੇ ਆਉਂਦੇ, ਕਾਨੂੰਨ ਰਾਹੀਂ ਸਾਰੀ ਕਾਰਵਾਈ ਕਰਦੇ, ਤੇ ਹੋ ਸਕਦਾ ਸੀ ਕਈ ਭੇਦ ਖੁੱਲ੍ਹਦੇ। ਹੋ ਸਕਦਾ ਸਾਰੇ ਸ਼ੱਕ ਜ਼ਾਹਰ ਕਰਦੇ ਆ ਵੀ ਜਿਹੜਾ ਇਹਦਾ ਐਨਕਾਊਂਟਰ ਕਰਨ ਦਾ ਮਤਲਬ ਹੈ ਵੀ ਇਹਦੇ 'ਚ ਕੋਈ ਭੇਦ ਖੁੱਲ੍ਹ ਸਕਦੇ ਸੀ, ਵੀ ਇਹਦੇ ਭੇਦ ਨਾ ਖੁੱਲ੍ਹ ਸਕਣ, ਇਸ ਕਰਕੇ ਹੋ ਸਕਦਾ ਐਨਕਾਊਂਟਰ ਕੀਤਾ ਜਾਵੇ। ਜੇਕਰ ਹੁਣ ਪਰਿਵਾਰ ਚਾਹੁੰਦਾ ਹੈ ਵੀ ਜਿਸ ਤਰ੍ਹਾਂ ਉਹਦੇ ਪਿੰਡੇ 'ਤੇ ਨਿਸ਼ਾਨ ਨੇ, ਸੱਟਾਂ ਦੇ ਨਿਸ਼ਾਨ ਨੇ, ਪਰਿਵਾਰ ਚਾਹੁੰਦਾ ਹੈ ਵੀ ਦੁਬਾਰਾ ਪੋਸਟਮਾਰਟਮ ਹੋ ਜਾਵੇ, ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਆਣੇ ਆ ਵੀ ਕਾਨੂੰਨ ਮੁਤਾਬਕ ਮਾਂ ਬਾਪ ਦਾ ਹੱਕ ਬਣਦਾ ਹੈ, ਉਹਨਾਂ ਨੂੰ ਹੱਕ ਦੇਣਾ ਚਾਹੀਦਾ। ਕਾਨੂੰਨ ਹੱਕ ਦਿੰਦਾ ਹੈ ਹਰ ਇਨਸਾਨ ਨੂੰ। ਉਹ ਆਪਦੇ ਹੱਕ ਦੇ ਅਨੁਸਾਰ ਜੇ ਉਹਦਾ ਪੋਸਟਮਾਰਟਮ ਦੁਬਾਰਾ ਕਰਾਉਣਾ ਚਾਹੁੰਦੇ ਆ ਤੇ ਸਰਕਾਰ ਨੂੰ ਉਹਦਾ ਪੋਸਟਮਾਰਟਮ ਦੁਬਾਰਾ ਕਰਾ ਕੇ ਉਹਨਾਂ ਦੀ ਤਸੱਲੀ ਪਰਿਵਾਰ ਦੀ ਕਰਾਉਣੀ ਚਾਹੀਦੀ ਹੈ, ਨਾ ਕਿ ਪਰਿਵਾਰ ਦੇ ਨਾਲ ਧੱਕਾ ਕਰਨਾ ਚਾਹੀਦਾ। ਤੁਸੀਂ ਵੇਖੋ ਸਾਰੀ ਦੁਨੀਆ ਸਵੇਰ ਦੀ ਬੈਠੀ ਹੋਈ ਆ, ਪੁਲਿਸ 4 ਸਵੇਰੇ ਬੈਰੀਕੇਡ ਲਾ ਕੇ ਲੋਕਾਂ ਨੂੰ ਆਉਣ ਤੋਂ ਰੋਕਣ ਡਈ ਆ। ਐਸਡੀਐਮ ਸਾਹਿਬ ਵਿਸ਼ਵਾਸ ਦਵਾ ਕੇ ਗਏ ਆ, ਪਰ ਕੋਈ ਵੀ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਣ ਡਿਆ। ਇਸ ਕਰਕੇ ਸਰਕਾਰ ਨੂੰ ਚਾਹੀਦਾ ਉਹਨਾਂ ਨੂੰ, ਪਰਿਵਾਰ ਨੂੰ ਆਪਦੇ ਭਰੋਸੇ 'ਚ ਲੈ ਕੇ ਉਹਨਾਂ ਨੂੰ ਇਨਸਾਫ ਦੇਣ। ਜਤਿੰਦਰ ਸਿੰਘ ਥਿੰਨ ਨਾਮ ਹੈ ਮੇਰਾ, ਔਰ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਤੋਂ ਜਨਰਲ ਸੈਕਟਰੀ ਯੂਥ ਵਿੰਗ ਪੰਜਾਬ। ਬੀਤੇ ਦਿਨੀ ਜੋ ਜੈਪਾਲ ਖਲੋਤਾ ਨੇ ਕਾਊਂਟਰ ਕੀਤਾ ਗਿਆ, ਕਿਵੇਂ ਦੇਖਦੇ ਹੋ? ਅੱਜ ਸੰਸਕਾਰ ਕੀਤਾ ਜਾਣਾ ਸੀਗਾ ਪਰ ਸੰਸਕਾਰ ਨੂੰ ਰੋਕ ਦਿੱਤਾ ਗਿਆ। ਪਰਿਵਾਰ ਦੀ ਮੰਗ ਹੈ ਕਿ ਉਸਦਾ ਜਿਹੜਾ ਪੋਸਟਮਾਰਟਮ ਹੈ ਉਹ ਦੁਬਾਰਾ ਹੋਣਾ ਚਾਹੀਦਾ ਜੀ ਬਿਲਕੁਲ, ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਹੋਇਆ ਹੈ, ਔਰ ਇਸ ਐਨਕਾਊਂਟਰ ਦੇ ਉੱਤੇ ਸਵਾਲ ਉੱਠੇ ਨੇ ਪਰਿਵਾਰ ਵੱਲੋਂ। ਪਹਿਲੇ ਦਿਨ ਤੋਂ ਹੀ ਪਰਿਵਾਰ ਨੇ ਇਹ ਮੰਗ ਕੀਤੀ ਸੀ ਕਿ ਜਿਹੜਾ ਐਨਕਾਊਂਟਰ ਦੀ ਜਾਂਚ ਜਿਹੜੀ ਉਹ ਕੀਤੀ ਜਾਵੇ, ਵੀ ਪਰਿਵਾਰ ਨੂੰ ਕੋਈ ਇਹਦੇ 'ਤੇ ਕੁਝ ਸੱਟਾਂ ਦੇ ਜਿਹੜੇ ਨਿਸ਼ਾਨ ਅੱਜ ਉਹਨਾਂ ਨੇ ਦੇਖੇ ਆ ਸਵੇਰੇ ਇਸ਼ਨਾਨ ਕਰਾਉਣ ਲੱਗੇ ਬੋਡੀ ਨੂੰ। ਔਰ ਜੈਪਾਲ ਜੀ ਦੇ ਜਿਹੜੇ ਫਾਦਰ ਸਾਹਿਬ ਆ, ਉਹਨਾਂ ਨੇ ਇਸ ਚੀਜ਼ ਨੂੰ ਖੁਦ ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਰਹੇ ਨੇ, ਔਰ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ, ਔਰ ਉਹਨਾਂ ਨੇ ਅੱਜ ਪੁਲਿਸ ਕੋਲ ਸਭ ਤੋਂ ਪਹਿਲਾਂ ਇਹ ਦਿੱਤਾ ਵੀ ਐਸਡੀਐਮ ਸਾਹਿਬ ਮੌਕੇ 'ਤੇ ਆਏ ਸੀ, ਔਰ ਇਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਸ਼ੱਕ ਹੈ ਕਿ ਫਾਇਰਿੰਗ ਕਰਨ ਤੋਂ ਪਹਿਲਾਂ, ਐਨਕਾਊਂਟਰ ਕਰਨ ਤੋਂ ਪਹਿਲਾਂ ਲਾਸ਼ ਦੇ ਨਾਲ ਕੁੱਟਮਾਰ ਹੋਈ ਆ, ਔਰ ਇਸ ਲਈ ਉਹਨਾਂ ਨੇ ਦੁਬਾਰਾ ਜਿਹੜੀ ਉਹ ਮੰਗ ਕੀਤੀ ਆ ਕਿ ਇੱਕ ਵਾਰ ਦੁਬਾਰਾ ਪੋਸਟਮਾਰਟਮ ਕੀਤਾ ਜਾਵੇ। ਸੋ ਅਸੀਂ ਖੁਦ ਚਾਹੁੰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਮਨੁੱਖਤਾ ਦੀ ਜਿਹੜੇ ਕਾਨੂੰਨ ਦੀ ਗੱਲ ਕਰਦਾ ਹੈ, ਇੱਕ ਹਿਊਮੈਨਿਟੀ ਦੇ ਨਾਤੇ ਅਸੀਂ ਇੰਟਰਨੈਸ਼ਨਲ ਲਾਅ ਇਹ ਕਹਿੰਦੇ ਆ ਕਿ
ਇਨਸਾਫ ਜਿਹੜਾ ਵਾ ਹੋਣਾ ਚਾਹੀਦਾ ਹੈ। ਜੇਕਰ ਇੱਕ ਪਰਿਵਾਰ ਦੇ ਨਾਲ ਇਸ ਤਰ੍ਹਾਂ ਧੱਕਾ ਹੋ ਰਿਹਾ ਤਾਂ ਉਹ ਫਿਰ ਕਾਨੂੰਨ ਨਾਮ ਦੀ ਕੋਈ ਚੀਜ਼ ਜਿਹੜੀ ਆ ਇੱਥੇ ਸ਼ਾਇਦ ਉਹ ਖਤਮ ਹੋ ਰਹੀ ਆ, ਭਰੋਸਾ ਉੱਠਦਾ ਹੈ। ਜੇਕਰ ਇਹ ਚੀਜ਼ਾਂ ਹੋਈਆਂ ਤਾਂ ਕਾਨੂੰਨ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਔਰ ਜੇ ਪਰਿਵਾਰ ਇਹ ਮੰਗ ਕਰਦਾ ਤਾਂ ਸਾਫ਼ ਹੈ ਕਿ ਇਸ ਚੀਜ਼ ਨੂੰ ਉਹਨਾਂ ਨੂੰ ਇਨਸਾਫ ਦੇ ਦੇਣਾ ਚਾਹੀਦਾ। ਹਾਂਜੀ, ਕੀ ਨਾਂ ਜੀ? ਮੇਰਾ ਸਤਨਾਮ ਸਿੰਘ। ਸਤਨਾਮ ਸਿੰਘ ਜੀ, ਕਿਵੇਂ ਦੇਖਦੇ ਹੋ ਜਿਹੜਾ ਐਨਕਾਊਂਟਰ ਕੀਤਾ? ਦੇਖੋ, ਦੇਖਣਾ ਤੇ ਜੀ ਹੁਣ ਅਸੀਂ ਕੀ ਕਹਿ ਸਕਦੇ ਹਾਂ। ਵੇਖੋ, ਕੁਛ ਜੋ ਅਪਰਾਧੀ ਸੀਗਾ, ਚਲੋ ਉਹਨੂੰ ਐਨਕਾਊਂਟਰ ਨਹੀਂ ਸੀ ਕਰਨਾ ਚਾਹੀਦਾ, ਉਹਨੂੰ ਕਾਨੂੰਨ ਦੇ ਹਵਾਲੇ ਕਰਨਾ ਚਾਹੀਦਾ। ਕਾਨੂੰਨ ਜੋ ਸਜ਼ਾ ਦਿੰਦਾ ਉਹ ਸਭ ਨੂੰ ਮਿਲਣੀ ਚਾਹੀਦੀ, ਠੀਕ ਹੈ। ਅਗਰ ਉਹਨੇ ਜੁਰਮ ਦੀ ਦੁਨੀਆ 'ਚ ਆਇਆ ਹੈ ਤਾਂ ਉਹਨੂੰ ਫੜ ਕੇ ਉਹਨੂੰ ਜਿਹੜਾ ਉਹਨੂੰ ਸਜ਼ਾ, ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਸੀ, ਐਨਕਾਊਂਟਰ ਨਹੀਂ ਸੀ ਕਰਨਾ। ਅੱਜ ਕੱਲ੍ਹ ਦੀ ਜਿਹੜੀ ਜਵਾਨੀ ਦੂਜੇ ਪਾਸੇ ਜਾ ਰਹੀ, ਕੀ ਕਾਰਨ ਹੈ? ਕੀ ਕਾਰਨ ਹੈ ਜੀ? ਉਹ ਤੁਹਾਨੂੰ ਵੀ ਪਤਾ ਹੈ, ਅੱਜ ਕੱਲ੍ਹ ਪੜ੍ਹੇ ਲਿਖੇ ਨੌਜਵਾਨ ਨੇ, ਬੇਰੁਜ਼ਗਾਰੀ ਹੈ, ਨੌਕਰੀਆਂ ਮਿਲ ਨਹੀਂ ਰਹੀਆਂ, ਮਹਿੰਗਾਈ ਬਹੁਤ ਜ਼ਿਆਦਾ ਹੈ, ਇੰਨੀਆਂ ਡਿਗਰੀਆਂ ਲੈ ਕੇ ਹੱਥਾਂ 'ਚ ਘੁੰਮ ਰਹੇ ਬੱਚੇ ਕਿਸੇ ਦੇ। ਅਗਰ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵਿੱਚ ਕੌਣ? ਪਰਿਵਾਰ ਦੇ ਵਿੱਚ ਉਹਨਾਂ ਦੇ ਮਦਰ ਹੈ ਜੀ, ਫਾਦਰ ਸਾਹਿਬ ਨੇ, ਇੱਕ ਬ੍ਰਦਰ ਹੈ, ਇੱਕ ਸਿਸਟਰ ਹੈ। ਤੁਸੀਂ ਜੈਪਾਲ ਭੁੱਲਰ ਦੇ ਰਿਸ਼ਤੇਦਾਰ ਹੋ, ਕਿੱਦਾਂ ਦਾ ਸੁਭਾਅ ਸੀ? ਸੁਭਾਅ ਦੇ ਅਸੀਂ ਬੇਟਾ, ਮੈਂ ਉਹਨਾਂ ਦਾ ਅੰਕਲ ਲੱਗਦਾ, ਛੋਟਾ ਜਿਹਾ ਬਚਪਨ ਤੋਂ ਹੀ ਅਸੀਂ ਪਾਲਿਆ ਉਹਨੂੰ। ਬਹੁਤ ਹੀ ਨਿਵੇਕੜੇ ਸੁਭਾਅ ਦਾ, ਬਿਲਕੁਲ ਮਿਲਣਸਾਰ ਬੱਚਾ ਸੀ, ਠੀਕ ਹੈ। ਮਾਂ ਬਾਪ ਦਾ ਇੱਜ਼ਤਦਾਰ, ਉਹ ਤਾਬਿਆਦਾਰ ਸੀ, ਰਿਸ਼ਤੇਦਾਰਾਂ ਦਾ ਤਾਬਿਆਦਾਰ ਸੀ। ਪਰ ਇਸ ਦਲਦਲ ਦੇ ਵਿੱਚ ਕੋਈ ਨਹੀਂ। ਉਹ ਤਾਂ ਦੁਨੀਆ ਤੋਂ ਚਲੇ ਜਾਣਾ, ਕੀ ਕਹਿਣਾ, ਕੀ ਮੈਸੇਜ ਦੇਣਾ? ਦੇਖੋ ਜੀ, ਮਾਂ ਤੇ ਮਾਂ ਹੀ ਹੁੰਦੀ ਹੈ, ਮਾਂ ਬਾਪ ਦਾ ਮਾਂ ਤੇ ਮਾਂ ਹੀ ਹੁੰਦੀ ਹੈ ਜੀ। ਵੇਖੋ, ਹੁਣ ਜੋ ਉਹਨਾਂ ਦੇ ਦਿਲ ਤੇ ਬੀਤ ਰਹੀ ਉਹਦਾ ਤੇ ਅਸੀਂ ਦੁੱਖ ਵੰਡਾ ਨਹੀਂ ਸਕਦੇ, ਠੀਕ ਹੈ। ਅੰਤਿਮ ਸੰਸਕਾਰ ਕਿੰਨਾ ਦੇ? ਦੇਖੋ, ਉਹਨਾਂ ਦੇ ਅੰਤਿਮ ਸੰਸਕਾਰ 2 ਵਜੇ ਦਾ ਟਾਈਮ ਸੀ। ਹੁਣ ਵੇਖੋ, ਟਾਈਮ ਹੋ ਵੀ ਅੱਗੇ ਵੱਧ ਵੀ ਸਕਦਾ, ਕੁਛ ਕਾਰਨਾਂ ਕਰਕੇ। ਦੇਖੋ, ਪ੍ਰਾਈਮੋਰਡੀਅਲੀ ਅਗਰ ਮੁੱਢਲੀ ਮੇਰੀ ਇਹਦੇ ਟਿੱਪਣੀ ਜਾਂ ਪ੍ਰਤੀਕਰਮ ਤਾਂ ਇਹ ਹੈ ਕਿ ਇਟਸ ਵੈਰੀ ਅਨਫੋਰਚੂਨੇਟ। ਇਹ ਹੋ ਸਕਦਾ ਇਹ ਰਿਮਾਰਕਸ ਜਿਹੜਾ ਹੈਗਾ ਕਈਆਂ ਨੂੰ ਚੰਗਾ ਨਾ ਲੱਗੇ ਕਿ ਉਹ ਐਂਟੀ ਸੋਸ਼ਲ, ਐਂਟੀ ਲਾਅ, ਮਤਲਬ ਕ੍ਰਿਮੀਨਲ ਸੋ ਕਾਲਡ ਗੈਂਗਸਟਰ ਸਾਰੀ ਦੁਨੀਆ ਕਹਿ ਰਹੀ ਹੈ, ਸਾਰੀ ਦੁਨੀਆ ਕੀ ਈਵਨ ਇਹ ਫੈਕਟ ਹੈ ਕਿ ਉਹ ਇਸ ਜੁਰਮ ਦੀ ਦੁਨੀਆ ਦਾ ਇੱਕ ਹਿੱਸਾ ਸੀਗੇ। ਅਨਫੋਰਚੂਨੇਟ ਮੈਂ ਤਾਂ ਕਿਹਾ ਕਿ ਇਹ ਸਾਰੇ ਲਈ ਰਿਸਪੌਂਸੀਬਲ ਕੌਣ ਆ, ਇਹ ਸਾਨੂੰ ਦੇਖਣ ਦੀ ਲੋੜ ਆ ਕਿ ਚਾਹੇ ਟੈਰਰਿਜ਼ਮ ਸੀਗਾ ਜਾਂ ਚਾਹੇ ਹੁਣ ਇਹ ਸੋ ਕਾਲਡ ਜਿਹੜਾ ਸ਼ਬਦ ਅਸੀਂ ਵਰਤਦੇ ਹਾਂ ਗੈਂਗਸਟਰ, ਇਹਦੇ ਲਈ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਰਿਸਪੌਂਸੀਬਲ ਹਾਂ। ਜਿਹੜਾ ਸਮਾਜ ਹੈ ਸਮੁੱਚੇ ਰੂਪ ਦੇ ਵਿੱਚ, ਪੇਰੈਂਟਸ ਤੇ ਹੈਗੇ ਕਿ ਪੇਰੈਂਟਸ ਕਿਤੇ ਅਵੇਸਲੇ ਰਹੇ ਹੋਣਗੇ, ਉਹਨਾਂ ਤੋਂ ਧਿਆਨ ਨਹੀਂ ਦਿੱਤਾ ਗਿਆ, ਜਾਂ ਨਿੱਜੀ ਤੌਰ ਦੇ ਉੱਤੇ ਜੈਪਾਲ ਭੁੱਲਰ ਜਾਂ ਹੋਰ ਜਿੰਨੇ ਵੀ ਨੌਜਵਾਨ ਇਸ ਦਲਦਲ 'ਚ ਧਸੇ ਹੋਏ ਆ, ਉਹ ਤਾਂ ਜ਼ਿੰਮੇਵਾਰ ਹੈਗੇ ਹੀ ਹੈਗੇ ਨੇ, ਪਰ ਇੱਕ ਸਮੁੱਚਾ ਆਲਾ ਦੁਆਲਾ ਪੁਲਿਸ ਪ੍ਰਸ਼ਾਸਨ, ਸਰਕਾਰਾਂ, ਉਹ ਵੀ ਰਿਸਪੌਂਸੀਬਲ ਨੇ। ਸੋ ਇਹ ਸਾਰਾ ਕੁਝ ਵਾਪਰਨਾ ਅਨਫੋਰਚੂਨੇਟ ਆ, ਪਰ ਲੀਗਲ ਪੁਆਇੰਟ ਆਫ ਵਿਊ ਤੋਂ ਜਾਂ ਪੁਲਿਸ ਵਰਜਨ ਜੇ ਅਸੀਂ ਉਹਨੂੰ ਇੱਕ ਕੰਸੀਡਰੇਬਲ ਵੈਲਿਊ ਦਈਏ ਤਾਂ ਉਸ ਐਂਗਲ ਤੋਂ ਇਹ ਹੈ ਕਿ ਉਹਨਾਂ ਨੇ 2 ਪੁਲਿਸ ਅਫੀਸ਼ੀਅਲਸ ਨੂੰ ਮਾਰਿਆ, ਔਰ ਇਹਦੇ ਵਿੱਚ ਵੀ ਅੱਗੋਂ ਸਵਾਲ ਨੇ ਕਿ ਪਹਿਲਾਂ ਕਿੰਨੀਆਂ ਵਾਰਦਾਤਾਂ ਉਹਨਾਂ ਦੇ ਨਾਂ ਤੇ, ਉਹਨਾਂ ਦੇ ਸਿਰ ਤੇ ਸੀ ਕਿ ਉਹਨਾਂ ਨੇ ਹਾਈਵੇ ਤੇ ਉੱਪਰ ਡਕੈਟੀਜ਼ ਹੋਈਆਂ, ਹੋਰ ਮਰਡਰਸ ਜਿਹੜੇ ਹੈਗੇ ਆ ਉਹਨਾਂ 'ਚ ਉਹਨਾਂ ਨੂੰ ਨੋਮੀਨੇਟ ਕੀਤਾ ਗਿਆ। ਨੰਬਰ ਆਫ FIRs ਵਰ ਲੌਜਡ ਅਗੇਂਸਟ ਹਿਮ ਐਂਡ ਅਦਰ ਏਡੀਜ਼, 1 who have been killed along with him, ਮਿਸਟਰ ਜਸਵੀਰ ਸਿੰਘ, ਔਰ 2 ਜਿਹੜੇ ਹੋਰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਸੀ। ਪਰ ਵਾਈ ਇਨ ਓਨਲੀ ਦਿਸ ਪਾਰਟੀਕੂਲਰ ਇਨਸੀਡੈਂਟ ਹੁਣ ਪੁਲਿਸ ਨੇ ਇੰਨੀ ਸਤਰਕਤਾ ਦੇ ਨਾਲ ਜਿਹੜਾ ਹੈਗਾ ਐਕਸ਼ਨ ਲਿਆ। ਚਲੋ ਇਹ ਵੀ ਵੈਲਕਮ ਹੈ, ਪੁਲਿਸ ਦਾ ਕੰਮ ਆ ਐਂਟੀ ਸੋਸ਼ਲ ਐਲੀਮੈਂਟਸ ਨੂੰ ਫੜਨਾ, ਪਰ ਹਿਊਮਨਟੇਰੀਅਨ ਐਂਗਲ ਤੋਂ, ਕਾਨੂੰਨੀ ਐਂਗਲ ਤੋਂ ਇਟ ਸੀਮਸ ਅਨਫੋਰਚੂਨੇਟ ਇਹ ਜਿਹੜਾ ਹੈਗਾ ਉਹਨਾਂ ਨੂੰ ਫੜ ਕੇ ਕਾਨੂੰਨ ਹੈਗਾ ਸਜ਼ਾਵਾਂ ਦੇਣ ਵਾਸਤੇ। ਬਟ ਆਲਦੋ ਉੱਥੇ ਸਥਿਤੀ ਕਿੱਦਾਂ ਦੀ ਸੀਗੀ ਕਿ ਕਾਊਂਟਰ ਫਾਇਰਿੰਗ ਦੇ ਵਿੱਚ ਜਿਹੜਾ ਹੈਗਾ ਉਹ ਦੋਨੋਂ ਨੌਜਵਾਨ ਜੈਪਾਲ ਭੁੱਲਰ ਉਹਦਾ ਸਾਥੀ ਜਿਹੜਾ ਉਹ ਮਾਰੇ ਗਏ, ਕਿਉਂਕਿ ਪੁਲਿਸ ਦੀ ਕਿਹੜਾ ਕੋਈ ਨਿੱਜੀ ਰੰਜੀਦਗੀ, ਕੋਈ ਨਿੱਜੀ ਉਹਨਾਂ ਦੇ ਨਾਲ ਲਾਗ ਡਾਟ ਸੀਗੀ। ਪੁਲਿਸ ਆਪਣਾ ਕੰਮ ਕਰ ਰਹੀ ਸੀ, ਆਪਣੀ ਡਿਊਟੀ ਕਰ ਰਹੀ ਸੀ। ਸੋ ਇਹਦੇ ਬਾਰੇ ਲੰਬਾ ਮਤਲਬ ਕਈ ਵਾਰ ਸਮਝ ਨਹੀਂ ਆਉਂਦੀ, ਕਿਉਂਕਿ ਇੱਕ ਤਾਂ ਸਾਡੇ ਸ਼ਹਿਰ ਦਾ ਉਹ ਨੌਜਵਾਨ ਸੀ ਸਾਡੇ ਸਾਹਮਣੇ, ਮਤਲਬ ਅਸੀਂ ਉਹਨਾਂ ਨੂੰ ਖੇਡਦੇ, ਉਹਨਾਂ ਨੂੰ ਮਤਲਬ ਇੱਧਰ ਨੂੰ ਜਾਂਦੇ ਹੋਏ, ਔਰ ਕਿਸ ਤਰ੍ਹਾਂ ਹੌਲੀ ਹੌਲੀ ਪੈਣ ਪੰਜਾਬ ਗੈਂਗਸਟਰ, ਫਿਰ A1 ਜਿਹੜੀ ਇਹਨਾਂ ਦਾ ਉਹ ਕੈਟਾਗਰੀ ਹੈਗੀ ਆ, ਜਾਂ ਜਿਹੜੀ ਓਕੂ ਬਣਾਈ ਹੋਈ ਆ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਕਿ ਉਹਨਾਂ ਨੇ ਫੜ ਕੇ ਉਹ ਸਾਰਾ ਕੁਛ ਕਰਤਾ। ਪ੍ਰਾਈਮਾ ਫਿਸ਼ਾਈ ਔਨ ਦਾ ਹਿਊਮਨਟੇਰੀਅਨ ਗਰਾਊਂਡ ਇਟ ਸੀਮਸ ਅਨਫੋਰਚੂਨੇਟ, ਬਟ ਕਾਨੂੰਨੀ ਪੱਖ ਤੋਂ ਉਹਨਾਂ ਦਾ ਜਿਹੜਾ ਹਸ਼ਰ, ਉਹਨਾਂ ਦਾ ਅੰਤ ਇਹੋ ਹੀ ਸੀਗਾ, ਜਿੰਨੀ ਦੇਰ ਲੰਬਾ ਮਰਜ਼ੀ ਚੱਲ ਜਾਂਦੀ, ਕਿਉਂਕਿ ਇਹਦੇ 'ਚ ਕਿਤੇ ਨਾ ਕਿਤੇ ਸਰਕਾਰਾਂ ਵੀ ਭਾਈਵਾਲ ਆ, ਪਲੋਸ ਕੇ ਰੱਖਦੀਆਂ। ਜਿੰਨੀ ਦੇਰ ਤੱਕ ਕੋਈ ਬੰਦਾ ਕੰਮਦਾ ਹੈ ਉਨੀ ਦੇਰ ਤੱਕ ਠੀਕ ਹੈ, ਜਦੋਂ ਨਹੀਂ ਉਦੋਂ ਉਹਦੇ ਸਿਰ ਤੋਂ ਹੱਥ ਚੱਕ ਲਿਆ। ਅਤੇ ਉਦੋਂ ਜਿਹੜਾ ਇਹ ਇਕੱਲਾ ਜੈਪਾਲ ਨਾਲ ਨਹੀਂ ਵਾਪਰਿਆ, ਤੁਸੀਂ ਸ਼ੇਰਾ ਖੁੱਬਣ ਸੀਗਾ ਮੁੰਡਾ, ਦੂਸਰਾ ਆਹ ਵਿੱਕੀ ਗਾਉਂਡਰ ਸੀਗਾ, ਪ੍ਰੇਮਾ ਲਾਹੌਰੀਆ ਸੀਗਾ ਜਲੰਧਰ ਤੋਂ, ਔਰ ਹੋਰ ਤਮਾਮ ਜਿੰਨੇ ਵੀ ਲੋਕ ਹੋਏ ਨੇ, ਇਹ ਕਿਤੇ ਨਾ ਕਿਤੇ ਜਦੋਂ ਮੁੱਢਲੇ ਤੌਰ ਦੇ ਉੱਤੇ ਹੁਣ ਛੋਟੇ ਛੋਟੇ ਜਿਹੜੇ ਮੁੰਡੇ ਬਦਮਾਸ਼ੀਆਂ ਕਰਦੇ ਆ ਕਾਲਜ ਦੇ ਵਿੱਚ, ਜਾਂ ਹੋਰ ਲੜਾਈਆਂ, ਜਾਂ ਸਾਡੇ
ਇਲਾਕੇ ਦੇ ਵਿੱਚ ਲੁੱਟਾਂ ਖੋਹਾਂ ਦਾ ਜਾਂ ਜੋ ਵੀ ਇੱਥੇ ਇਸ ਤਰ੍ਹਾਂ ਦੇ ਚਲਣ ਚੱਲ ਰਿਹਾ, ਕੀ ਉਹ ਪੁਲਿਸ ਨੂੰ ਪਤਾ ਨਹੀਂ, ਕਿ ਉਹ ਸਰਕਾਰਾਂ ਨੂੰ ਪਤਾ ਨਹੀਂ? ਹੁਣੇ ਉਹਨਾਂ ਨੂੰ ਸਨੱਬ ਕਰਨ ਨਾ, ਨਿਪ ਦਾ ਇਵਲ ਇਨ ਦਾ ਬਡ। ਜਦੋਂ ਉਹ ਵੱਡਾ ਬੂਟਾ ਬਣ ਜਾਂਦੇ ਆ, ਉਹ ਜਿੰਨੀ ਦੇਰ ਤੱਕ ਸਰਕਾਰਾਂ ਨੂੰ ਲੋੜ ਹੁੰਦੀ ਉਨੀ ਦੇਰ ਤੱਕ ਉਹਨੂੰ ਪਾਲਦੇ ਰਹਿੰਦੇ ਆ। ਔਰ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਜੁਰਮ ਦੀ ਦੁਨੀਆ ਦੇ ਵਿੱਚ ਇਹ ਵੱਡਾ ਨਾਂ ਬਣ ਗਿਆ ਤੇ ਇਹ ਸਾਡੇ ਨਾਲ ਕਿਤੇ ਇਹਨਾਂ ਦਾ ਇੱਕ ਟੈਲੀਫੋਨ ਕਾਲ ਵੀ ਟਰੇਸ ਹੋ ਗਈ ਤੇ ਸਾਡੇ ਲਈ ਇਹ ਮੁਸੀਬਤ ਦਾ ਜਿਹੜਾ ਹੈਗਾ ਕਾਰਨ ਬਣ ਸਕਦੇ ਆ, ਤਾਂ ਉਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਜਾਂਦੀਆਂ।